ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ 'ਤੇ। ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਮੈਂ ਗੁਜ਼ਾਰਿਸ਼ ਕਰਦੀ ਹਾਂ, ਜਿਨ੍ਹਾਂ ਨੇ ਹਾਲੇ ਤੱਕ ਇਹ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰੋ ਤਾਂ ਕਿ ਹਰ ਆਉਣ ਵਾਲੀ ਨੋਟੀਫਿਕੇਸ਼ਨ ਤੁਹਾਨੂੰ ਟਾਈਮ ਟੂ ਟਾਈਮ ਮਿਲਦੀ ਰਹੇ। ਅੱਜ ਆਪਾਂ ਸਾਈਕੋਲੋਜੀ ਦਾ ਬਹੁਤ ਹੀ ਇੰਪੋਰਟੈਂਟ ਟੌਪਿਕ ਪਿਆਜੇ ਥਿਊਰੀ ਕਰਨ ਜਾ ਰਹੇ ਹਾਂ। ਜਿਵੇਂ ਕਿ ਤੁਹਾਨੂੰ ਪਤਾ ਆਪਾਂ ਸੀਟੈਟ ਦੀ ਸੀਰੀਜ਼ ਸ਼ੁਰੂ ਕੀਤੀ ਹੋਈ ਹੈ ਅਤੇ ਉਹਦੇ 2 ਟੌਪਿਕ ਆਪਾਂ ਕਵਰ ਕਰ ਰਹੇ ਹਾਂ। ਅੱਜ ਆਪਾਂ 3rd ਟੌਪਿਕ ਕਰ ਰਹੇ ਹਾਂ ਪਿਆਜੇ ਥਿਊਰੀ। ਇਹ ਬਹੁਤ ਹੀ ਇੰਪੋਰਟੈਂਟ ਟੌਪਿਕ ਹੈ ਅਤੇ ਇਹਦੇ ਵਿੱਚੋਂ ਹਰ ਵਾਰੀ ਪੇਪਰ ਵਿੱਚ ਕੁਐਸਚਨ ਪੁੱਛਿਆ ਹੀ ਜਾਂਦਾ ਹੈ ਅਤੇ ਕੁਐਸਚਨ ਹਮੇਸ਼ਾ ਘੁਮਾ ਕੇ ਪੁੱਛਿਆ ਜਾਂਦਾ ਹੈ। ਕਦੇ ਵੀ ਡਾਇਰੈਕਟਲੀ ਕੁਐਸਚਨ, ਬਹੁਤ ਰੇਅਰ ਚਾਂਸਿਸ ਆ ਵੀ ਡਾਇਰੈਕਟਲੀ ਕੁਐਸਚਨ ਇਸ ਥਿਊਰੀ ਦੇ ਵਿੱਚੋਂ ਆ ਜਾਵੇ। ਪਿਆਜੇ ਥਿਊਰੀ, ਜੇ ਆਪਾਂ ਇਹਦਾ ਓਵਰਆਲ ਵਿਊ ਦੇਖੀਏ ਤਾਂ ਇਹਦੇ 'ਚ ਉਹਨੇ ਇੱਕ ਤਾਂ ਸਟੇਜਿਸ ਦਿੱਤੀਆਂ ਸੀ, 4 ਸਟੇਜਿਸ ਸੀਗੀਆਂ ਪਿਆਜੇ ਦੀ ਥਿਊਰੀ ਦੀਆਂ, ਅਤੇ ਇੱਕ ਉਹਨੇ ਕੋਗਨੀਟਿਵ ਡਿਵੈਲਪਮੈਂਟ ਦਾ ਸਟਰਕਚਰ ਦਿੱਤਾ ਸੀ, ਜਿਹਦੇ 'ਚ ਆਪਾਂ 4 ਟਰਮਸ ਨੂੰ ਡਿਫਾਈਨ ਕਰਾਂਗੇ: ਸਕੀਮਾ, ਐਸੀਮੀਲੇਸ਼ਨ, ਅਕੋਮੋਡੇਸ਼ਨ ਅਤੇ ਇਕੁਲਿਬਰੀਅਮ। ਸਭ ਤੋਂ ਪਹਿਲਾਂ ਪਿਆਜੇ ਕੌਣ ਸੀ? ਹਾਂਜੀ, ਜੀਨ ਪਿਆਜੇ। ਜੀਨ ਪਿਆਜੇ 1896 ਤੋਂ ਲੈ ਕੇ 1980 ਜਿਹੜਾ ਇਹਦਾ ਟਾਈਮ ਪੀਰੀਅਡ ਸੀਗਾ। ਇਹ ਇੱਕ ਬਾਇਓਲੋਜਿਸਟ ਸੀਗਾ, ਸਵਿਸ ਬਾਇਓਲੋਜਿਸਟ ਸੀ, ਸਵਿਟਜ਼ਰਲੈਂਡ ਦਾ ਸੀਗਾ। ਅਤੇ ਇਹਦੀ ਜਿਹੜੀ ਥਿਊਰੀ ਸੀ, ਇਹਦਾ ਨਾਮ ਸੀ ਕੋਗਨੀਟਿਵ ਡਿਵੈਲਪਮੈਂਟ ਥਿਊਰੀ। ਇਹਨੂੰ ਐਪਿਸਟੋਮੋਲੋਜੀ ਥਿਊਰੀ ਵੀ ਕਿਹਾ ਜਾਂਦਾ ਹੈ ਜਾਂ ਥਿਊਰੀ ਆਫ ਐਪਿਸਟੋਮੋਲੋਜੀ ਵੀ ਕਿਹਾ ਜਾਂਦਾ ਹੈ। ਜਿਹੜੀ ਇਹਦੀ ਮੇਨ ਗੱਲ ਸੀ ਜੀਨ ਪਿਆਜੇ ਦੀ, ਜੋ ਇਹਨੇ ਸਟੱਡੀ ਕੀਤੀ ਸੀ ਬੱਚਿਆਂ ਦੇ ਕੋਗਨੀਟਿਵ ਡਿਵੈਲਪਮੈਂਟ ਦੀ, ਉਹ ਇਹਨੇ ਆਪਦੇ ਬੱਚਿਆਂ 'ਤੇ ਸਟੱਡੀ ਕੀਤੀ ਸੀ ਲੈਬ ਦੇ ਵਿੱਚ, ਖੁਦ ਦੇ ਬੱਚਿਆਂ ਨੂੰ ਓਬਜ਼ਰਵ ਕੀਤਾ ਸੀਗਾ। ਅਤੇ ਸੈਕਿੰਡ ਜਿਹੜੀ ਇਹਦੀ ਇੰਪੋਰਟੈਂਟ ਗੱਲ ਸੀ, ਇਹ ਕੀ ਸੀਗੀ ਕਿ ਬੱਚੇ ਦਾ ਜਿਹੜਾ ਕੋਗਨੀਟਿਵ ਸਟਰਕਚਰ ਹੈ ਉਹ ਉਹਦੀ ਡਿਵੈਲਪਮੈਂਟ ਦੇ ਨਾਲ ਨਾਲ ਇਨਕਰੀਜ਼ ਹੁੰਦਾ ਜਾਂਦਾ ਹੈ। ਜਿਵੇਂ ਜਿਵੇਂ ਬੱਚੇ ਦੀ ਡਿਵੈਲਪਮੈਂਟ ਹੁੰਦੀ ਆ, ਇਹ ਕਹਿੰਦਾ ਸੀ ਉਵੇਂ ਉਵੇਂ ਜਿਹੜਾ ਉਹਦਾ ਕੋਗਨੀਟਿਵ ਸਟਰਕਚਰ ਹੈ, ਕੋਗਨੀਟਿਵ ਤੋਂ ਮੀਨਿੰਗ ਕੀ ਹੈ? ਮੈਂਟਲ ਡਿਵੈਲਪਮੈਂਟ, ਜੋ ਉਹਦੀ ਸੋਚਣ ਦੀ ਸ਼ਕਤੀ ਹੈਗੀ, ਕਿਸੇ ਵੀ ਚੀਜ਼ ਨੂੰ ਪਰਖਣ ਦੀ ਸ਼ਕਤੀ ਆ, ਉਹ ਇਨਕਰੀਜ਼ ਹੁੰਦੀ ਜਾਂਦੀ ਹੈ ਜਿਵੇਂ ਜਿਵੇਂ ਉਹਦੀ ਡਿਵੈਲਪਮੈਂਟ ਹੁੰਦੀ ਜਾਂਦੀ ਹੈਗੀ। ਅਤੇ ਇਹਨੂੰ ਫਾਦਰ ਆਫ ਚਾਈਲਡ ਸਾਈਕੋਲੋਜੀ ਵੀ ਕਿਹਾ ਜਾਂਦਾ ਹੈਗਾ। ਉਸ ਤੋਂ ਬਾਅਦ ਜਿਵੇਂ ਇਹਨੇ ਇੱਕ ਟਰਮ ਦਿੱਤੀ ਹੈ ਕੋਗਨੀਸ਼ਨ, ਕਿਉਂਕਿ ਇਹਦੀ ਥਿਊਰੀ ਦਾ ਨਾਮ ਹੀ ਕੀ ਹੈ? ਥਿਊਰੀ ਆਫ ਕੋਗਨੀਟਿਵ ਡਿਵੈਲਪਮੈਂਟ। ਜਿਹੜਾ ਕੋਗਨੀਸ਼ਨ ਵਰਡ ਹੈ ਉਹ ਲੈਟਿਨ ਵਰਡ ਤੋਂ ਬਣਿਆ ਕੋਂਗੂਸੈਰੇ, ਜਿਹਦਾ ਮਤਲਬ ਹੈ ਟੂ ਨੋ, ਕੁਛ ਜਾਣਨਾ ਜਾਂ ਕੁਛ ਰਿਕੋਗਨਾਈਜ਼ ਕਰਨਾ, ਕੁਛ ਕਨਸੈਪਚੁਅਲਾਈਜ਼ ਕਰਨਾ। ਇਹ ਇੱਕ ਮੈਂਟਲ ਐਕਸ਼ਨ ਹੈ, ਇੱਕ ਮੈਂਟਲ ਪ੍ਰੋਸੈਸ ਹੈ। ਕੋਗਨੀਸ਼ਨ ਮਤਲਬ ਇੱਕ ਦਿਮਾਗੀ ਕਿਰਿਆ ਹੈ, ਕਿਸੇ ਚੀਜ਼ ਬਾਰੇ ਸੋਚਣਾ, ਪਰਖਣਾ, ਸਮਝਣਾ। ਉਸ ਤੋਂ ਬਾਅਦ ਇਹਦੀ ਜੋ ਸਭ ਤੋਂ ਇੰਪੋਰਟੈਂਟ ਟਰਮ ਹੈ ਸਕੀਮਾ। ਪੇਪਰ ਦੇ ਵਿੱਚ ਕਿਤੇ ਵੀ ਸਕੀਮਾ ਵਰਡ ਦਿਖਦਾ ਮਤਲਬ ਉਹ ਪਿਆਜੇ ਦੀ ਥਿਊਰੀ ਦੀ ਗੱਲ ਹੋ ਰਹੀ ਹੈ। ਸਕੀਮਾ ਨੂੰ ਜੇ ਆਪਾਂ ਇੱਕ ਸਿੰਪਲ ਟਰਮਸ ਦੇ ਵਿੱਚ ਡਿਫਾਈਨ ਕਰੀਏ ਪਿਆਜੇ ਦੇ ਅਕੋਰਡਿੰਗ, ਤਾਂ ਉਹਨੇ ਕਿਹਾ ਸੀ ਇਹ ਬਿਲਡਿੰਗ ਬਲੋਕਸ ਹੁੰਦੇ ਆ ਥਿੰਕਿੰਗ ਦੇ। ਹਰ ਇੱਕ ਪਰਸਨ ਦਾ ਆਪਦਾ ਇੱਕ ਸਕੀਮਾ ਹੁੰਦਾ ਹੈ ਅਤੇ ਉਹ ਫਿਕਸ ਹੁੰਦਾ ਹੈਗਾ। ਜਿਵੇਂ ਆਪਾਂ ਇੱਕ ਸਿੰਪਲ ਜਿਹੀ ਗੱਲ ਕਰੀਏ, ਜਿਵੇਂ ਤੁਸੀਂ ਕਿਸੇ ਵੀ ਰੈਸਟੋਰੈਂਟ 'ਚ ਗਏ ਹੋ, ਉੱਥੇ ਆਪਾਂ ਪ੍ਰੋਪਰ ਪਹਿਲਾਂ ਇੱਕ ਜਾਂਦੇ ਹਾਂ, ਟੇਬਲ 'ਤੇ ਬੈਠਦੇ ਹਾਂ, ਉਹਨਾਂ ਦਾ ਮੈਨਿਊ ਚੈੱਕ ਕਰਦੇ ਹਾਂ, ਫਿਰ ਆਪਾਂ ਔਡਰ ਕਰਦੇ ਹਾਂ, ਉਸ ਤੋਂ ਬਾਅਦ ਆਪਾਂ ਖਾਣਾ ਖਾਂਦੇ ਹਾਂ, ਫਿਰ ਆਪਾਂ ਬਿੱਲ ਪੇ ਕਰਦੇ ਹਾਂ, ਟਿਪ ਵੀ ਦਿੰਦੇ ਹਾਂ ਕਈ ਵਾਰੀ, ਅਤੇ ਫਿਰ ਆਪਾਂ ਵਾਪਸ ਆ ਜਾਂਦੇ ਹਾਂ। ਇਹ ਇੱਕ ਫਿਕਸ ਸਕੀਮਾ ਜਿਹੜਾ ਆਪਣੇ ਮਾਈਂਡ ਦੇ ਵਿੱਚ ਸੈੱਟ ਹੋਇਆ ਹੋਇਆ ਗਾ। ਉਹਨੇ ਇਹੀ ਕਿਹਾ ਸੀ ਕਿ ਇੱਕ ਇੰਟਰਨਲ ਰਿਪਰਜੈਂਟੇਸ਼ਨ ਹੈ ਅਤੇ ਹਰ ਇੱਕ ਦਾ ਅਲੱਗ-ਅਲੱਗ ਵੀ ਹੋ ਸਕਦਾ ਹੈ, ਕੁਛ ਕੰਡੀਸ਼ਨਸ ਦੇ ਵਿੱਚ ਆਪਣਾ ਸੇਮ ਵੀ ਹੋ ਸਕਦਾ ਹੈਗਾ। ਅਤੇ ਇਸੇ ਵਿੱਚ ਹੀ ਕੋਗਨੀਟਿਵ ਸਟਰਕਚਰ 'ਚ ਉਹਨੇ 3 ਟਰਮਸ ਡਿਫਾਈਨ ਕੀਤੀਆਂ ਸੀ: ਅਸੀਮੀਲੇਸ਼ਨ, ਅਕੋਮੋਡੇਸ਼ਨ ਅਤੇ ਇਕੁਲਿਬਰੀਅਮ। ਅਸੀਮੀਲੇਸ਼ਨ ਕੀ ਆ? ਜਦੋਂ ਕੋਈ ਤੁਸੀਂ ਨਵੀਂ ਚੀਜ਼ ਸਿੱਖਦੇ ਹੋ, ਕੁਛ ਨਵਾਂ ਗ੍ਰਹਿਣ ਕਰਦੇ ਹੋ। ਫੋਰ ਐਗਜ਼ਾਮਪਲ ਕੋਈ ਬੱਚਾ ਹੈ, ਉਹ ਮਾਰਕੀਟ 'ਚ ਗਿਆ, ਫਸਟ ਟਾਈਮ ਉਹਨੇ ਕਿਸੇ ਐਨੀਮਲ ਨੂੰ ਦੇਖਿਆ, ਸਪੋਜ਼ ਉਹ ਡੋਗ ਸੀਗਾ, ਅਤੇ ਉਹ ਆਪਣੀ ਮਦਰ ਨੂੰ ਪੁੱਛੂਗਾ ਕਿ ਇਹ ਜਾਨਵਰ ਕਿਹੜਾ ਹੈ, ਅਤੇ ਜੋ ਉਹਦੀ ਮਦਰ ਉਹਨੂੰ ਕੀ ਰਿਕੋਗਨੀਸ਼ਨ ਦਊਗੀ ਕਿ ਜਿਹੜੇ ਐਨੀਮਲ ਦੇ 4 ਇੱਦਾਂ ਲੱਤਾਂ ਹੁੰਦੀਆਂ ਹੈਗੀ, ਟੇਲ ਹੁੰਦੀ ਹੈਗੀ, ਉਹਨੂੰ ਆਪਾਂ ਡੋਗ ਕਹਿ ਦਿੰਦੇ ਹੈਗੇ। ਤਾਂ ਉਹ ਬੱਚੇ ਨੂੰ ਨੌਲੇਜ ਅਸੀਮੀਲੇਟ ਕਰ ਲਈ, ਉਹਨਾਂ ਇੱਕ ਨਵੀਂ ਚੀਜ਼ ਸਿੱਖ ਲਈ। ਨੈਕਸਟ ਟਾਈਮ ਸਪੋਜ਼ ਜਦੋਂ ਉਹ ਦੁਬਾਰਾ ਮਾਰਕੀਟ ਦੇ ਵਿੱਚ ਗਿਆ ਅਤੇ ਉਦੋਂ ਉਹਨੇ ਕੋਈ ਹੋਰ ਐਨੀਮਲ ਦੇਖਿਆ ਅਤੇ ਉਹ ਉਸ ਐਨੀਮਲ ਨੂੰ ਡੋਗ ਕਹੇਗਾ, ਕਿਉਂਕਿ ਉਹਨਾਂ ਉਹ ਨੌਲੇਜ ਅਸੀਮੀਲੇਟ ਕੀਤੀ ਹੈ। ਬਟ ਇੱਥੇ ਉਹਦੀ ਪੁਰਾਣੀ ਨੌਲੇਜ ਕੀ ਹੈ? ਕੰਮ ਨਹੀਂ ਆ ਰਹੀ, ਉਹਨੂੰ ਕੀ ਕਰਨੀ ਪਊਗੀ? ਚੇਂਜ ਕਰਨੀ ਪਊਗੀ। ਮਤਲਬ ਉੱਥੇ ਉਹ ਅਕੋਮੋਡੇਟ ਕਰੇਗਾ, ਅਲੱਗ-ਅਲੱਗ ਫੀਚਰਸ ਤੋਂ ਪਛਾਣ ਕਰੇਗਾ ਕਿ ਇਹ ਐਨੀਮਲ ਹੈ, ਇਹ ਐਨੀਮਲ ਹੈ।
ਥਰਡ ਹੈ ਇਕੁਲਿਬਰੀਅਮ। ਇਕੁਲਿਬਰੀਅਮ ਇਹਨਾਂ ਦੋਨਾਂ ਸਟੇਜਸ ਦੇ ਵਿੱਚ ਬੈਲੈਂਸ ਹੈ। ਜਦੋਂ ਬੱਚਾ ਕਨਫਿਊਜ਼ ਨਹੀਂ ਹੋਊਗਾ, ਉਹਨੂੰ ਬੈਲੈਂਸ ਬਣਾਉਣਾ ਆ ਜਾਊਗਾ ਕਿ ਨਵੀਂ ਨੌਲੇਜ ਨੂੰ ਕਿੱਥੇ ਚੇਂਜ ਕਰਨਾ ਹੈ, ਕਿੱਥੇ ਨਿਊ ਨੌਲੇਜ ਕ੍ਰੀਏਟ ਕਰਨੀ ਹੈਗੀ, ਉਦੋਂ ਉਹ ਇਕੁਲਿਬਰੀਅਮ ਦੀ ਸਿਚੁਏਸ਼ਨ 'ਚ ਆਉਂਦਾ ਹੈ। ਸਮਟਾਈਮਸ ਬੱਚੇ ਡਿਸਇਕੁਲਿਬਰੀਅਮ 'ਚ ਹੀ ਰਹਿ ਜਾਂਦੇ ਆ, ਉਹ ਨਹੀਂ ਸਮਝ ਪਾਉਂਦੇ ਕਿ ਕਦੋਂ ਨਵੀਂ ਨੌਲੇਜ ਚੇਂਜ ਕਰਨੀ ਹੈ ਜਾਂ ਕਦੋਂ ਕੁਛ ਨਵਾਂ ਗ੍ਰਹਿਣ ਕਰਨਾ। ਇਹ ਉਹਦੀਆਂ ਮੇਨ ਟਰਮ ਸੀਗੀਆਂ ਅਸੀਮੀਲੇਸ਼ਨ, ਅਕੋਮੋਡੇਸ਼ਨ, ਇਕੁਲਿਬਰੀਅਮ ਅਤੇ ਸਕੀਮਾ। ਉਸ ਤੋਂ ਬਾਅਦ ਨੈਕਸਟ ਆ ਗਈਆਂ ਇਹਦੀਆਂ 4 ਸਟੇਜਿਸ, ਪਿਆਜੇਸ ਡਿਵੈਲਪਮੈਂਟ ਸਟੇਜਿਸ। ਫਸਟ ਹੈ ਸੈਂਸਰੀ ਮੋਟਰ ਸਟੇਜ, ਸੈਕਿੰਡ ਹੈ ਪ੍ਰੀ ਓਪਰੇਸ਼ਨਲ ਸਟੇਜ, ਥਰਡ ਹੈ ਕੰਕਰੀਟ ਓਪਰੇਸ਼ਨਲ ਸਟੇਜ, ਫੋਰਥ ਹੈ ਫਾਰਮਲ ਓਪਰੇਸ਼ਨਲ ਸਟੇਜ। ਪੇਪਰ ਦੇ ਵਿੱਚ ਇਹਨਾਂ ਦੀ ਏਜ ਵੀ ਪੁੱਛੀ ਜਾ ਸਕਦੀ ਹੈ, ਸੀਕੁਐਂਸ ਵੀ ਪੁੱਛਿਆ ਜਾ ਸਕਦਾ ਹੈ। ਸਮਟਾਈਮਸ ਇੱਕ ਅਲੱਗ ਤੋਂ ਸਟੇਜ ਦੇ ਕੇ ਪੁੱਛਿਆ ਜਾ ਸਕਦਾ ਹੈ ਕਿ ਇਹਨਾਂ 'ਚੋਂ ਕਿਹੜੀ ਸਟੇਜ ਨਹੀਂ ਇਨਕਲੂਡ ਹੋਊਗੀ। ਤਾਂ ਆਪਾਂ ਨੂੰ ਇਹ ਚਾਰੇ ਸਟੇਜਿਸ ਵਿਦ ਏਜ ਯਾਦ ਹੋਣੀਆਂ ਚਾਹੀਦੀਆਂ ਨੇਗੀਆਂ। ਹੁਣ ਆ ਗਈ ਫਸਟ ਆ ਗਈ ਸੈਂਸਰੀ ਮੋਟਰ ਸਟੇਜ। ਜਿਹੜਾ ਇਹਦਾ ਟਾਈਮ ਪੀਰੀਅਡ ਹੈ ਉਹ ਹੈ 0 to 2 years। ਜਿਵੇਂ ਕਿ ਨਾਮ ਤੋਂ ਹੀ ਕਲੀਅਰ ਹੋ ਰਿਹਾ, ਸੈਂਸਰੀ ਮੀਨਸ ਸੈਂਸਿਸ, ਜਦੋਂ ਬੱਚਾ ਆਪਣੀਆਂ ਸੈਂਸਿਸ ਤੋਂ ਸਿੱਖਦਾ ਹੈਗਾ। ਰਿਫਲੈਕਸ ਐਕਸ਼ਨਸ, ਜਦੋਂ ਉਹ ਕੁਛ ਰਿਫਲੈਕਟ ਕਰਦਾ ਹੈਗਾ, ਕਿਸੇ ਚੀਜ਼ 'ਤੇ ਆਪਣਾ ਕੋਈ ਬਿਹੇਵੀਅਰ ਰਿਟਰਨ ਕਰਦਾ ਹੈਗਾ। ਅਤੇ ਇਹਦੇ 'ਚ ਜੋ ਮੇਨ ਹੈ, ਇੱਕ ਹੈ ਇਮੀਟੇਟਿਵ ਬਿਹੇਵੀਅਰ। ਇਸ ਉਮਰ 'ਚ ਬੱਚਾ ਇਮੀਟੇਟ ਕਰਕੇ ਸਿੱਖਦਾ, ਨਕਲ ਕਰਕੇ ਸਿੱਖਦਾ, ਜੋ ਆਪਾਂ ਕਰ ਰਹੇ ਹੋਵਾਂਗੇ ਉਹੀ ਬੱਚਾ ਕਰੇਗਾ। ਡਿਵੈਲਪ ਓਬਜੈਕਟ ਪਰਮਾਨੈਂਸ, ਇਹ ਸਭ ਤੋਂ ਇੰਪੋਰਟੈਂਟ ਕਰੈਕਟਰਿਸਟਿਕ ਹੈ ਇਹਦੀ, ਓਬਜੈਕਟ ਪਰਮਾਨੈਂਸ ਫਸਟ ਸਟੇਜ ਦੇ ਵਿੱਚ ਆ ਜਾਂਦਾ ਹੈਗਾ। ਜਦੋਂ ਬੱਚੇ ਨੂੰ ਲੱਗਦਾ ਹੈਗਾ ਕਿ ਜਦੋਂ ਤੱਕ ਕੋਈ ਚੀਜ਼ ਉਹਦੇ ਸਾਹਮਣੇ ਹੈ ਉਦੋਂ ਤੱਕ ਹੀ ਉਹ ਐਗਜ਼ਿਸਟ ਕਰੂਗੀ। ਜਿਵੇਂ ਛੋਟਾ ਬੱਚਾ ਹੈ, ਜਦੋਂ ਉਹਦੀ ਮਦਰ ਅੱਖਾਂ ਤੋਂ ਸਾਈਡ ਹੋ ਜਾਂਦੀ ਹੈ ਤਾਂ ਉਹ ਰੋਣਾ ਸ਼ੁਰੂ ਕਰ ਦਿੰਦਾ, ਕਿਉਂਕਿ ਉਹਨੂੰ ਲੱਗਦਾ ਵੀ ਪਤਾ ਨਹੀਂ ਉਹਦੀ ਮਦਰ ਹੈ ਜਿਹੜੀ ਉਹ ਕਿੱਥੇ ਚਲੀ ਗਈ। ਉਦੋਂ ਉਸ ਟਾਈਮ 'ਤੇ ਉਹਨੂੰ ਓਬਜੈਕਟ ਪਰਮਾਨੈਂਸ ਹੁੰਦੀ ਹੈ, ਬਟ ਵਿਦ ਦਾ ਲੇਟਰ ਟਾਈਮ ਉਹਨੂੰ ਸਮਝ ਆ ਜਾਂਦੀ ਹੈਗੀ। ਮਤਲਬ ਸੈਂਸਰੀ ਮੋਟਰ ਸਟੇਜ ਦੇ ਵਿੱਚ 2 ਹੀ ਚੀਜ਼ਾਂ ਮੇਨ ਹੈ, ਓਬਜੈਕਟ ਪਰਮਾਨੈਂਸ ਅਤੇ ਰਿਫਲੈਕਸ ਐਕਸ਼ਨ, ਅਤੇ ਸੈਂਸਿਸ ਤੋਂ ਬੱਚਾ ਸਿੱਖਦਾ ਹੈਗਾ। ਸੈਕਿੰਡ ਆ ਗਈ ਪ੍ਰੀ ਓਪਰੇਸ਼ਨਲ ਸਟੇਜ। ਪ੍ਰੀ ਓਪਰੇਸ਼ਨਲ ਸਟੇਜ ਦੀ ਜਿਹੜੀ ਟਾਈਮਿੰਗ ਹੈ ਉਹ ਹੈ 2 to 7 years। ਇਹਦੇ ਵਿੱਚ ਇਲੌਜੀਕਲ ਥਿੰਕਿੰਗ ਹੁੰਦੀ ਹੈ, ਜੋ ਵੀ ਬੱਚਾ ਸੋਚ ਰਿਹਾ ਹੁੰਦਾ ਉਹਦੇ ਪਿੱਛੇ ਕੋਈ ਲੌਜਿਕ ਨਹੀਂ ਹੁੰਦਾ। ਆਪਾਂ ਕਈ ਵਾਰੀ ਵੇਖਦੇ ਹਾਂ ਇਸ ਉਮਰ 'ਚ ਬੱਚੇ ਅਜੀਬੋ ਗਰੀਬ ਕੁਐਸਚਨਸ ਕਰਦੇ ਨੇਗੇ, ਆਪਾਂ ਕਹਿੰਦੇ ਵੀ ਇਹਦੀ ਕੋਈ ਸੈਂਸ ਨਹੀਂ ਬਣ ਰਹੀ, ਬਟ ਉਸ ਟਾਈਮ 'ਤੇ ਬੱਚੇ ਦੀ ਜੋ ਲੌਜਿਕ ਫਾਈਂਡ ਕਰਨ ਦੀ ਡਿਵੈਲਪਮੈਂਟ ਆ ਉਹ ਹੋਈ ਨਹੀਂ ਹੁੰਦੀ। ਸੈਕਿੰਡ, ਇਹ ਲੈਂਗੁਏਜ ਡਿਵੈਲਪਮੈਂਟ ਲਈ ਕਰੂਸ਼ੀਅਲ ਸਟੇਜ ਆ। ਇਸ ਉਮਰ ਦੇ ਵਿੱਚ ਬੱਚਾ ਬੋਲਣਾ ਸਿੱਖਦਾ ਹੈਗਾ ਅਤੇ ਸਿੱਖ ਜਾਂਦਾ ਐਂਡ ਤੱਕ। ਜੋ ਇੱਕ ਨੋਰਮਲ ਬੱਚਾ ਹੋਊਗਾ ਉਹ ਐਂਡ ਤੱਕ 7 ਤੱਕ ਟਿਲ 7 ਪ੍ਰੋਪਰ ਬੋਲਣਾ ਸਿੱਖ ਜਾਂਦਾ ਹੈਗਾ। ਅਤੇ ਉਸ ਤੋਂ ਬਾਅਦ ਇਹਦੇ ਵਿੱਚ ਮੇਨ 2 ਸਟੇਜਸ ਆ ਜਾਂਦੀਆਂ ਪ੍ਰੀ ਓਪਰੇਸ਼ਨਲ ਸਟੇਜ ਦੇ ਵਿੱਚ, ਇੱਕ ਪ੍ਰੀ ਕਨਸੈਪਚੁਅਲ ਅਤੇ ਇੱਕ ਇੰਟੀਟਿਊਟਿਵ ਪੀਰੀਅਡ। ਪ੍ਰੀ ਕਨਸੈਪਚੁਅਲ ਹੁੰਦਾ 2 to 4 years, ਇੰਟਿਊਟਿਵ ਪੀਰੀਅਡ ਹੁੰਦਾ 4 to 7 years। ਸਮਟਾਈਮਸ ਕੁਐਸਚਨ ਆ ਜਾਂਦਾ ਪ੍ਰੀ ਓਪਰੇਸ਼ਨਲ ਦੀ ਜਗ੍ਹਾ 'ਤੇ ਉਹ ਪ੍ਰੀ ਕਨਸੈਪਚੁਅਲ ਐਜ਼ ਏ ਸਟੇਜ ਮੈਂਸ਼ਨ ਕਰ ਦਿੰਦੇ ਨੇ। ਉਹ ਇੱਕ ਸਟੇਜ ਨਹੀਂ, ਉਹ ਸਬ ਸਟੇਜ ਹੈ। ਪ੍ਰੀ ਓਪਰੇਸ਼ਨਲ ਦੇ ਵਿੱਚ ਇੱਕ ਸਬ ਸਟੇਜ ਹੈ ਪ੍ਰੀ ਕਨਸੈਪਚੁਅਲ। ਅਤੇ ਉਹਦੇ ਵਿੱਚ ਮੇਨ ਜਿਹੜੀਆਂ ਆ ਜਾਂਦੀਆਂ ਨੇ ਇਹਦੇ ਵਿੱਚ ਦੋਨਾਂ ਦੇ ਵਿੱਚ, ਇੱਕ ਆਉਂਦਾ ਈਗੋਸੈਂਟਰਿਜ਼ਮ। ਈਗੋਸੈਂਟਰਿਜ਼ਮ ਇਹਦੀ ਮੇਨ ਜਿਹੜੀ ਆਪਾਂ ਕਹਿ ਸਕਦੇ ਹਾਂ ਕਰੈਕਟਰਿਸਟਿਕ ਹੈ ਇਸ ਸਟੇਜ ਦੀ। ਇਹਦੇ ਵਿੱਚ ਕੀ ਹੁੰਦਾ, ਬੱਚੇ ਨੂੰ ਲੱਗਦਾ ਜੋ ਵੀ ਹੋ ਰਿਹਾ ਉਹਨੂੰ ਖੁਸ਼ ਕਰਨ ਲਈ ਹੋ ਰਿਹਾ, ਉਹਦੇ ਕਰਕੇ ਹੋ ਰਿਹਾ। ਫੋਰ ਐਗਜ਼ਾਮਪਲ, ਜੇ ਮੀਂਹ ਵੀ ਪੈ ਰਿਹਾ ਅਤੇ ਬੱਚੇ ਨੂੰ ਪਸੰਦ ਆ ਰਿਹਾ ਤਾਂ ਉਹਨੂੰ ਲੱਗਦਾ ਕਿ ਉਹ ਮੀਂਹ ਉਹਨੂੰ ਖੁਸ਼ ਕਰਨ ਕਰਕੇ ਹੀ ਪੈ ਰਿਹਾ ਹੈਗਾ। ਅਤੇ ਸੈਕਿੰਡ ਇਹਦੀ ਮੇਨ ਕਰੈਕਟਰਿਸਟਿਕ ਐਨੀਮਿਜ਼ਮ। ਐਨੀਮਿਜ਼ਮ ਕੀ ਹੈ, ਜਦੋਂ ਬੱਚਾ ਨੋਨ ਲਿਵਿੰਗ ਥਿੰਗਸ ਨੂੰ ਲਿਵਿੰਗ ਥਿੰਗਸ 'ਚ ਕੰਸੀਡਰ ਕਰਦਾ ਹੈਗਾ। ਫੋਰ ਐਗਜ਼ਾਮਪਲ, ਜਿਹੜੀਆਂ ਕੁੜੀਆਂ ਹੁੰਦੀਆਂ ਨੇ, ਛੋਟੀਆਂ ਗਰਲਸ ਹੁੰਦੀਆਂ ਨੇਗੀਆਂ, ਉਹ ਡੋਲ ਨੂੰ ਐਵੇਂ ਟਰੀਟ ਕਰਦੀਆਂ ਨੇ ਜਿਵੇਂ ਕੋਈ ਰੀਅਲ ਬੱਚਾ ਜਾਂ ਆਪਾਂ ਕਹਿ ਸਕਦੇ ਹਾਂ ਬੱਚੀ ਹੁੰਦੀ ਆ, ਉਹਨੂੰ ਉੱਦਾਂ ਹੀ ਉਹ ਸਾਂਭਦੀਆਂ ਨੇ, ਪਿਆਰ ਕਰਦੀਆਂ ਨੇ, ਜਿਵੇਂ ਉਹ ਖੁਦ ਰਹਿ ਰਹੀਆਂ ਹੁੰਦੀਆਂ ਨੇ ਉਵੇਂ ਉਹਨੂੰ ਖਾਣਾ ਖਵਾਉਣ ਦੀ ਕੋਸ਼ਿਸ਼ ਕਰਦੀਆਂ ਨੇ। ਇਹ ਐਨੀਮਿਜ਼ਮ ਹੁੰਦਾ ਉਸ ਟਾਈਮ ਪੀਰੀਅਡ ਦੇ। ਟੋਆਏ ਏਜ ਆਪਾਂ ਇਹਨੂੰ ਬੇਸਿਕਲੀ ਕਹਿ ਸਕਦੇ ਹਾਂਗੇ। ਅਤੇ ਇਹ ਸਟੇਜ ਨੂੰ ਪ੍ਰੀ ਚਾਈਲਡਹੁੱਡ ਸਟੇਜ ਵੀ ਕਿਹਾ ਜਾਂਦਾ ਹੈਗਾ। ਨੈਕਸਟ ਆ ਗਈ ਕੰਕਰੀਟ ਓਪਰੇਸ਼ਨਲ ਸਟੇਜ। ਇਹ ਇੰਪੋਰਟੈਂਟ ਸਟੇਜ ਆ, ਇਹਦੇ ਵਿੱਚੋਂ ਕੁਐਸਚਨ ਆਉਂਦਾ ਹੀ ਆਉਂਦਾ ਹੈ। ਰੀਸੈਂਟਲੀ ਜੋ PS ਟੈਟ ਦਾ ਪੇਪਰ ਹੋਇਆ ਸੀ ਉਹਦੇ ਵਿੱਚ ਵੀ ਇਹਦੇ 'ਚੋਂ ਕੁਐਸਚਨ ਪੁੱਛਿਆ ਗਿਆ ਸੀਗਾ। ਇਹਦੇ ਵਿੱਚ ਫਸਟ ਕਰੈਕਟਰਿਸਟਿਕ ਆ ਗਈ ਸੀਰੀਏਸ਼ਨ। ਜੇ ਆਪਾਂ ਸਿੰਪਲ ਜੀ ਟਰਮਸ 'ਚ ਗੱਲ ਕਰੀਏ, ਇਸ ਸਟੇਜ ਦੇ ਵਿੱਚ ਆ ਕੇ ਬੱਚੇ ਨੂੰ ਸੀਰੀਏਸ਼ਨ ਮੀਨਸ ਚੀਜ਼ਾਂ ਨੂੰ ਸੀਰੀਜ਼ ਵਾਈਜ਼ ਲਾਉਣਾ, ਕਲਾਸੀਫਿਕੇਸ਼ਨ ਮੀਨਸ ਕਲਾਸੀਫਾਈ ਕਰਨਾ, ਕਿਹੜੇ
ਫਰੂਟਸ ਨੇ, ਕਿਹੜੇ ਵੈਜੀਟੇਬਲਸ ਨੇਗੇ, ਲਾਈਕ ਦਿਸ ਉਹ ਬॉय ਗਰਲ ਇੱਦਾਂ ਕਲਾਸੀਫਾਈ ਕਰਨਾ ਸਿੱਖ ਜਾਂਦਾ ਹੈ ਬੱਚਾ। ਸੈਕਿੰਡ ਆ ਗਈ ਥੋੜ੍ਹੀ ਇਹਦੇ ਵਿੱਚ ਲੌਜੀਕਲ ਥਿੰਕਿੰਗ ਡਿਵੈਲਪ ਹੋਣੀ ਸ਼ੁਰੂ ਹੋ ਜਾਂਦੀ ਹੈ ਬੱਚਿਆਂ ਦੇ ਵਿੱਚ। ਇੱਕ ਕੰਜ਼ਰਵੇਸ਼ਨ ਇੱਕ ਇੰਪੋਰਟੈਂਟ ਪੁਆਇੰਟ ਹੈ ਇਹਦਾ। ਕੰਜ਼ਰਵੇਸ਼ਨ ਕੀ ਆ, ਜਦੋਂ ਬੱਚੇ ਨੂੰ ਪਤਾ ਲੱਗ ਜਾਂਦਾ ਕਿ ਕਿਸੇ ਵੀ ਆਬਜੈਕਟ ਨੂੰ ਆਪਾਂ ਕਿਸੇ ਐਂਗਲ ਤੋਂ ਦੇਖ ਲਈਏ, ਜਿਹੜੀ ਉਹਦੀ ਲੈਂਥ, ਬ੍ਰੈਡਥ ਅਤੇ ਹਾਈਟ ਆ ਉਹ ਸੇਮ ਰਹੇਗੀ, ਉਹ ਕੰਜ਼ਰਵ ਰਹੇਗੀ। ਟਰਾਂਸਟੀਵਿਟੀ ਆ ਜਾਂਦੀ ਆ। ਟਰਾਂਸਟੀਵਿਟੀ ਕੀ ਹੁੰਦਾ ਹੈ, ਇੱਕ ਲੌਜੀਕਲ ਰਿਲੇਸ਼ਨਸ਼ਿਪ ਹੁੰਦਾ ਹੈਗਾ। ਜਿਵੇਂ ਸਪੋਜ਼ A B ਦਾ ਬ੍ਰਦਰ ਹੈ, B C ਦਾ ਬ੍ਰਦਰ ਹੈ, ਇਟ ਮੀਨਸ A C ਦਾ ਵੀ ਬ੍ਰਦਰ ਹੈ। ਇਹ ਟਰਾਂਸਟੀਵਿਟੀ ਉਦੋਂ ਬੱਚੇ ਨੂੰ ਸਮਝ ਆ ਜਾਂਦੀ ਹੈਗੀ। ਉਸ ਤੋਂ ਬਾਅਦ ਐਲੀਮੀਨੇਸ਼ਨ ਆਫ ਈਗੋਸੈਂਟਰਿਜ਼ਮ। ਜੋ ਈਗੋਸੈਂਟਰਿਜ਼ਮ ਸੈਕਿੰਡ ਸਟੇਜ ਦੇ ਵਿੱਚ ਹੁੰਦਾ ਹੈ, ਉਹ ਇਸ ਸਟੇਜ 'ਤੇ ਆ ਕੇ ਖਤਮ ਹੋ ਜਾਂਦਾ ਹੈਗਾ। ਨੈਕਸਟ ਆ ਗਈ ਫਾਰਮਲ ਆਪਰੇਸ਼ਨਲ ਸਟੇਜ। ਇਹ ਲਾਸਟ ਸਟੇਜ ਹੈ 12 ਈਅਰਸ ਟੂ ਅਡਲਟਹੁੱਡ। ਇਸ ਸਟੇਜ ਦੇ ਵਿੱਚ ਬੇਸਿਕਲੀ ਹਰ ਤਰ੍ਹਾਂ ਦੀ ਉਹਦੀ ਡਿਵੈਲਪਮੈਂਟ ਹੈ ਉਹ ਹੋ ਜਾਂਦੀ ਹੈ। ਉਹ ਲੌਜੀਕਲੀ ਸੋਚਣਾ ਸ਼ੁਰੂ ਕਰ ਦਿੰਦਾ ਹੈ, ਕੰਕਰੀਟ ਥਿੰਕਿੰਗ ਡਿਵੈਲਪ ਹੋ ਜਾਂਦੀ ਹੈ ਉਹਦੀ। ਅਤੇ ਜਿਹੜੀ ਮੇਨ ਇਹਦੇ ਵਿੱਚ ਇੰਪੋਰਟੈਂਟ ਹੁੰਦੀ ਹੈ, ਹਾਈਪੋਥੈਟੀਕਲੀ ਥਿੰਕਿੰਗ ਵੀ ਡਿਵੈਲਪ ਹੋ ਜਾਂਦੀ ਹੈ। ਬੱਚਾ ਪ੍ਰੀਕਲਪਨਾਵਾਂ ਕਰਨੀਆਂ ਸ਼ੁਰੂ ਕਰ ਦਿੰਦਾ ਹੈਗਾ ਅਤੇ ਉਹਦੇ ਜਿਹੜੇ ਥੋਟਸ ਨੇਗੇ ਉਹ ਫਲੈਕਸੀਬਲ ਅਤੇ ਐਬਸਟਰੈਕਟ ਹੋ ਜਾਂਦੇ ਆ। ਫਲੈਕਸੀਬਲ ਲਾਈਕ ਉਹ ਚੇਂਜ ਕਰ ਸਕਦਾ ਆਪਦੇ ਥੋਟਸ ਨੂੰ ਆਪਦੀਆਂ ਸਿਚੁਏਸ਼ਨਸ ਦੇ ਅਕੋਰਡਿੰਗ, ਅਤੇ ਉਸ ਇੱਕ ਸਿਸਟੈਮੈਟਿਕ ਵੇ ਦੇ ਨਾਲ ਕਿਸੇ ਵੀ ਪ੍ਰੋਬਲਮ ਨੂੰ ਸੋਲਵ ਕਰ ਲੈਂਦਾ ਇੱਕ ਪ੍ਰੋਪਰ ਮੈਥਡੋਲੋਜੀ ਲਗਾ ਕੇ। ਅਤੇ ਇਸ ਏਜ ਨੂੰ ਗੈਂਗ ਏਜ ਵੀ ਕਿਹਾ ਜਾਂਦਾ ਹੈਗਾ। ਉਸ ਤੋਂ ਬਾਅਦ ਇਹਦੀਆਂ ਇੰਪਲੀਕੇਸ਼ਨਸ ਆ ਗਈਆਂ। ਇੰਪਲੀਕੇਸ਼ਨਸ ਤੋਂ ਵੈਸੇ ਅੱਜ ਤੱਕ ਕੁਐਸਚਨ ਨਹੀਂ ਆਇਆ ਇੰਨਾ, ਵੈਸੇ ਆਪਾਂ ਇੰਪਲੀਕੇਸ਼ਨ 'ਚ ਇਹੀ ਕਹਿ ਸਕਦੇ ਹਾਂ ਕਿ ਇਸ ਸਟੇਜ ਦਾ ਡੇਲੀ ਲਾਈਫ ਦੇ ਵਿੱਚ ਜਾਂ ਬੱਚਿਆਂ ਦੀ ਲਾਈਫ 'ਚ ਕੀ ਯੂਜ਼ ਹੈਗਾ। ਤਾਂ ਆਪਾਂ ਇਸ ਨੂੰ ਕਰੀਕੁਲਮ ਦੇ ਥਰੂ ਜਿੰਨੀਆਂ ਵੀ ਇਹਦੀਆਂ ਜਨਰਲਾਈਜੇਸ਼ਨਸ ਨੇ ਬੱਚਿਆਂ ਨੂੰ ਪ੍ਰੋਵਾਈਡ ਕਰਾ ਸਕਦੇ ਹਾਂਗੇ। ਅਤੇ ਜਿੱਦਾਂ ਉਹਨਾਂ ਨੇ ਦੱਸਿਆ ਕਿ ਪਿਆਜੇ ਨੇ ਕਿ ਹੌਲੀ ਹੌਲੀ ਬੱਚੇ ਦੀ ਡਿਵੈਲਪਮੈਂਟ ਹੁੰਦੀ ਹੈ, ਤਾਂ ਟੀਚਰਸ ਨੂੰ ਇਹ ਨੌਲੇਜ ਹੋਣੀ ਚਾਹੀਦੀ ਹੈ ਕਿ ਕਿਸ ਸਟੇਜ 'ਤੇ ਬੱਚਾ ਕਿੰਨਾ ਕੁ ਸੋਚਣ ਦੇ ਜਾਂ ਕਿੰਨਾ ਕੋਈ ਕੰਮ ਕਰਨ ਦੇ ਯੋਗ ਹੈਗਾ। ਸੋ ਅੱਜ ਜਿਹੜੀ ਆਪਾਂ ਥਿਊਰੀ ਪੜ੍ਹੀ ਹੈਗੀ ਉਹ ਪਿਆਜੇ ਡਿਵੈਲਪਮੈਂਟ ਥਿਊਰੀ ਸੀ। ਮੈਨੂੰ ਉਮੀਦ ਹੈ ਤੁਹਾਨੂੰ ਸਾਰਿਆਂ ਨੂੰ ਇਹ ਥਿਊਰੀ ਬਹੁਤ ਚੰਗੀ ਤਰ੍ਹਾਂ ਸਮਝ ਆ ਗਈ ਹੋਊਗੀ। ਅਤੇ ਮੇਰੇ ਕੋਲ ਇਸ ਥਿਊਰੀ ਦੇ ਪਰਸਨਲ ਨੋਟਸ ਵੀ ਬਣੇ ਹੋਏ ਨੇ, ਮੇਰੇ ਸੈਲਫ ਰਿਟਨ ਨੋਟਸ ਨੇ। ਜੇ ਕਿਸੇ ਨੂੰ ਚਾਹੀਦੇ ਹੋਣ ਤਾਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸ ਸਕਦੇ ਹੋਗੇ। ਅਤੇ ਤੁਹਾਨੂੰ ਕੋਈ ਹੋਰ ਟੌਪਿਕ ਇਸ ਤੋਂ ਬਾਅਦ ਜੇ ਤੁਸੀਂ ਕੋਈ ਆਪਣੀ ਚੁਆਇਸ ਦਾ ਟੌਪਿਕ ਵੀ ਪੜ੍ਹਨਾ ਚਾਹੁੰਦੇ ਹੋ ਤਾਂ ਤੁਸੀਂ ਉਹ ਵੀ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸ ਸਕਦੇ ਹੋ। ਬਾਕੀ ਆਪਾਂ ਨੈਕਸਟ ਥਿਊਰੀ ਨੈਕਸਟ ਵੀਡੀਓ ਦੇ ਵਿੱਚ ਕਰਾਂਗੇ। ਜੁੜੇ ਰਹੋ ਸਾਡੇ ਚੈਨਲ ਦੇ ਨਾਲ। ਧੰਨਵਾਦ।